बहुत बहुत स्वागत है साडे यूट्यूब चैनल के उत्ते। जिहड़ा कोई नवा आया चैनल नूं कर लो सबसक्राइब ते वीडियो नूं कर दो लाइक। ते हुण अज दा व्लॉग जिहड़ा तुहानूं पहलां कहा सी इन्फॉर्मेटिव व्लॉग होऊगा ते दरबार साहिब दा वो स्टार्ट करन लगे आ। ते बाकी हुण एंड तक देखियो, सारा इन्फॉर्मेटिव व्लॉग होऊगा। ते बाकी हुण जा रहे हैं ते देखो व्लॉग नूं ते अपनी मतलब यादगारां देखो की है की नहीं, जिन्नी सानूं इन्फॉर्मेशन आ वो तुहानूं दवांगे। ते बाई तुहानूं अद्धी चीज़ां असीं नहीं दिखा पाए क्योंकि अंदर फोन ले जाना अलाउड नहीं सी, फोटोग्राफी अलाउड नहीं सी। बाकी हुण देखियो ते बाकी तुहानूं अंदर जाके पक्का जाए, तुसीं जिद्दण भी अमृतसर आओगे उत्थे जाके जरूर देखियो भाई, बहुत पुराना इतिहास है, बहुत कुछ सीखने को मिलूगा, बहुत कुछ जिन्होंने नहीं जानते तुसीं उन्हां नूं भी जानने मिलूगा भी की होया सी की बस करो देखो व्लॉग नूं पूरा। हाँ जी, इतिहास शुरू होने तो पहला आपां सब तो पहला ਤੁਹਾਨੂੰ ਅੰਮ੍ਰਿਤ ਵੇਲੇ ਦੇ ਦਰਸ਼ਨ ਕਰਵਾਵਾਂਗੇ। ਜਦੋਂ ਪਾਲਕੀ ਸਾਹਿਬ ਲੈ ਕੇ ਜਾਂਦੇ ਆ ਉਸ ਤੋਂ ਪਹਿਲਾਂ ਸਵੇਰੇ ਅੰਮ੍ਰਿਤ ਵੇਲੇ 3:30 ਵਜੇ ਆਸਾ ਦੀ ਵਾਰ ਦਾ ਪਾਠ ਹੁੰਦਾ ਤੇ ਸਾਰੀ ਸੰਗਤ ਇੱਥੇ ਆਸਾ ਦੀ ਵਾਰ ਦਾ ਪਾਠ ਕਰਦੇ ਹਨ। ਉਸ ਤੋਂ ਬਾਅਦ ਪਾਲਕੀ ਸਾਹਿਬ ਨੂੰ ਦਰਬਾਰ ਸਾਹਿਬ ਤੱਕ ਲੈ ਕੇ ਜਾਂਦੇ ਹਨ ਸਵੇਰੇ 4:30 ਵਜੇ। ਆ ਤੁਸੀਂ ਪਾਲਕੀ ਸਾਹਿਬ ਦੇ ਦਰਸ਼ਨ ਕਰੋ ਸਭ ਤੋਂ ਪਹਿਲਾਂ ਜੀ। हाँ जी, हुण आपां स्टार्ट करांगे दरबार साहब की एंट्री तो। दरबार साहब की एंट्री 4 ਥਾਵਾਂ तो हुंदी है, चारे दिशावां तो जित्थों मर्जी आपां एंटर कर सकते हैं। चारे दिशावां दरबार साहब तो उच्चियां हैं एंट्री, क्योंकि यह दरबार साहब नूं निमरता का प्रतीक दिंदे हैं। ਜਦੋਂ ਪਾਰਕਿੰਗ ਵਾਲੀ ਸਾਈਡ ਤੋਂ ਆਪਾਂ ਦਰਬਾਰ ਸਾਹਿਬ ਦੇ ਵਿੱਚ ਐਂਟਰ ਕਰਦੇ ਹਾਂ ਤਾਂ ਖੱਬੇ ਪਾਸੇ ਨੂੰ ਪਰਿਕਰਮਾ ਵੱਲ ਨੂੰ ਜਾਂਦੇ ਹਾਂ ਤੇ ਫਿਰ ਖੱਬੇ ਪਾਸੇ ਹੀ ਇੱਕ ਸਿੱਖ ਮਿਊਜ਼ੀਅਮ ਆਉਂਦਾ ਤੇ ਉਹ ਆਪਾਂ ਸਾਰਿਆਂ ਨੂੰ ਦੇਖਣਾ ਚਾਹੀਦਾ। ਅਸੀਂ ਇਹਦੇ ਵਿੱਚ ਸ਼ੂਟ ਤਾਂ ਨਹੀਂ ਕੀਤਾ ਕਿਉਂਕਿ ਇੱਥੇ ਅੰਦਰ ਫੋਟੋਗ੍ਰਾਫਰੀ ਅਲਾਉਡ ਨਹੀਂ ਸੀਗੀ ਤੇ ਉਹ ਹੋਣੀ ਵੀ ਨਹੀਂ ਚਾਹੀਦੀ। ਤੇ ਤੁਸੀਂ ਆਪ ਆ ਕੇ ਉਰੇ ਦੇਖੋ, ਇੱਥੋਂ ਸਾਰੇ ਪਰਿਕਰਮਾ ਕਰਦੇ ਪਰ ਇੱਥੇ ਧਿਆਨ ਨਹੀਂ ਦਿੰਦੇ। ਇਸ ਸਿੱਖ ਮਿਊਜ਼ੀਅਮ ਦੇ ਵਿੱਚ ਸਾਰੇ ਹਥਿਆਰ ਜਦੋਂ ਹਮਲੇ ਹੋਏ ਸੀ ਉਹ ਸਾਰੇ ਪਏ ਆ, ਗੋਲੀਆਂ ਬੰਬ ਸਾਰਾ ਕੁਛ। ਤੇ ਇਤਿਹਾਸ ਬਾਰੇ ਵੀ ਇੱਥੇ ਸਾਰੇ ਗੁਰੂਆਂ ਬਾਰੇ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਬਾਰੇ ਸਾਰਾ ਕੁਛ ਇਹਦੇ ਵਿੱਚ ਇਤਿਹਾਸ ਹੈਗਾ। ਤੁਸੀਂ ਇਹ ਜ਼ਰੂਰ ਦੇਖਿਓ। ਹਾਂਜੀ, ਇੱਕ ਤੁਹਾਨੂੰ ਚੀਜ਼ ਦਿਖਾਵਾਂਗੇ ਜਿਸ 'ਤੇ ਸਭ ਲੋਕਾਂ ਦੀ ਨਿਗਾਹ ਬਹੁਤ ਘੱਟ ਜਾਂਦੀ ਹੈ। ਦਰਬਾਰ ਸਾਹਿਬ ਦੀ ਪਰਿਕਰਮਾ ਦੇ ਚਾਰੇ ਪਾਸੇ ਖੰਭੇ ਲੱਗੇ ਹੁੰਦੇ ਆ। ਇਹ ਖੰਭੇ ਉਸ ਟਾਈਮ ਦੇ ਆ ਜਦੋਂ ਦਰਬਾਰ ਸਾਹਿਬ ਦੇ ਵਿੱਚ ਪਹਿਲੀ ਵਾਰ ਬਿਜਲੀ ਆਈ ਸੀ। ਤਾਂ ਦਰਬਾਰ ਸਾਹਿਬ ਦੇ ਵਿੱਚ ਸਭ ਤੋਂ ਪਹਿਲਾਂ ਬਿਜਲੀ 1896 ਈਸਵੀ ਦੇ ਵਿੱਚ ਆਈ ਸੀ ਅਤੇ ਇਸ ਦੀ ਸੇਵਾ ਸੁੰਦਰ ਸਿੰਘ ਮਜੀਠੀਆ ਪਰਿਵਾਰ ਵੱਲੋਂ ਕੀਤੀ ਗਈ ਸੀਗੀ। ਇੱਕ ਹੋਰ ਸਭ ਤੋਂ ਵਧੀਆ ਚੀਜ਼, ਜਦੋਂ ਆਪਾਂ ਦਰਸ਼ਨੀ ਡਿਓੜੀ ਦੇ ਵਿੱਚ ਖੱਬੇ ਪਾਸੇ ਮੱਥਾ ਟੇਕਣ ਜਾਂਦੇ ਦਰਬਾਰ ਸਾਹਿਬ ਦੇ ਵਿੱਚ, ਉੱਥੇ ਇੱਕ ਤੁਹਾਨੂੰ ਆਹ ਘੜੀ ਦਿਖੂਗੀ। ਇਹ ਉਸ ਟਾਈਮ ਭਾਈ ਲਹਿਣਾ ਸਿੰਘ ਮਜੀਠੀਆ ਜੀ ਨੇ ਇੱਥੇ ਘੜੀ ਲਵਾਈ ਸੀਗੀ 18ਵੀਂ ਸਦੀ ਦੇ ਵਿੱਚ। ਉਸ ਟਾਈਮ ਪੁਰਾਤਨ ਸਮੇਂ ਇਸ ਘੜੀ ਦੇ ਮਤਲਬ ਮਦਦ ਨਾਲ ਟਾਈਮ ਦੇਖਿਆ ਜਾਂਦਾ ਸੀ। ਇਹਨੂੰ ਜ਼ਰੂਰ ਦੇਖਿਓ, ਇਹ ਵੀ ਕਈ ਲੋਕ ਮਿਸ ਕਰ ਦਿੰਦੇ ਆ। ਹਾਂਜੀ, ਅੱਗੇ ਤੁਹਾਨੂੰ ਹੁਣ ਦਿਖਾਵਾਂਗੇ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ 3 ਬੇਰੀਆਂ ਹਨ। ਉਸ ਵਿੱਚੋਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਦੁੱਖ ਭੰਜਣੀ ਬੇਰੀ। ਇਹ ਦੁੱਖ ਭੰਜਣੀ ਬੇਰੀ ਦਾ ਇਤਿਹਾਸ ਕਈ ਲੋਕਾਂ ਨੇ ਸੁਣਿਆ ਜਾਂ ਵੀਡੀਓ ਦੇਖੀਆਂ ਹੋਣਗੀਆਂ ਕਿ ਕਾਲੇ ਕਾਂ ਸਰੋਵਰ ਦੇ ਵਿੱਚ ਚੁੱਭੀ ਮਾਰ ਕੇ ਅਤੇ ਚਿੱਟੇ ਬਣ ਕੇ ਨਿਕਲਦੇ ਆ। ਅਤੇ ਇੱਕ ਪਿੰਗਲੇ ਦੀ ਸਟੋਰੀ ਸੀਗੀ ਅਤੇ ਉਹਨਾਂ ਨੇ ਜਦੋਂ ਇਸ਼ਨਾਨ ਕੀਤਾ ਸੀਗਾ ਅਤੇ ਉਹਨਾਂ ਦੇ ਹੱਡ ਪੈਰ ਸਾਰੇ ਸਿੱਧੇ ਹੋ ਗਏ ਸੀ ਅਤੇ ਸਹੀ ਤਰੀਕੇ ਨਾਲ ਤੁਰਨ ਲੱਗ ਪਏ ਸੀਗੇ। ਤਾਂ ਕਰਕੇ ਇਹਦੀ ਬਹੁਤ ਮਹਾਨਤਾ ਹੈ ਦੁੱਖ ਭੰਜਣੀ ਬੇਰੀ ਦੀ। ਕਈ ਲੋਕ ਜਦੋਂ ਵੀ ਦਰਬਾਰ ਸਾਹਿਬ ਆਉਂਦੇ ਹੈ ਅਤੇ ਇਸ ਬੇਰੀ ਥੱਲੇ ਜ਼ਰੂਰ ਇਸ਼ਨਾਨ ਕਰਦੇ ਆ। ਵੈਸੇ ਸਾਰਾ ਸਰੋਵਰ ਪਵਿੱਤਰ ਹੈ ਪਰ ਇਹਦੀ ਕੁਛ ਜ਼ਿਆਦਾ ਹੀ ਮਹਾਨਤਾ ਹੈ। ਸਾਰੇ ਤਾਂ ਕਰਕੇ ਇੱਥੇ ਜ਼ਿਆਦਾ ਇਸ਼ਨਾਨ ਕਰਦੇ ਆ ਕਿ ਸਾਰੇ ਸਾਡੇ ਦੁੱਖ ਕੱਟੇ ਜਾਣ। ਉਸ ਤੋਂ ਬਾਅਦ ਤੁਸੀਂ ਸਾਰੇ ਰਾਮਗੜੀਆ ਬੂੰਗਾ ਜ਼ਰੂਰ ਦੇਖ ਕੇ ਆਇਓ। ਆ ਜਿਹੜੀ ਲਾਲ ਰੰਗ ਦੀ ਬਿਲਡਿੰਗ ਹੈ ਇਹ ਦੁੱਖ ਭੰਜਣੀ ਬੇਰੀ ਤੋਂ ਬਿਲਕੁਲ ਨਾਲ ਉੱਪਰ ਦਿਖਦੀ ਹੈ। ਇਹਦਾ ਜਿਹੜਾ ਰਸਤਾ ਹੈ ਉਹ ਲੰਗਰ ਹਾਲ ਤੋਂ ਪਹਿਲਾਂ ਇੱਕ ਅੰਦਰ ਨੂੰ ਗਲੀ ਜਾਂਦੀ ਹੈ। ਉਹ ਗਲੀ 'ਚੋਂ ਅੰਦਰ ਸਿੱਧਾ ਜਾ ਕੇ
ਆ ਸਾਹਮਣੇ ਜਿੱਥੇ ਇੱਟਾਂ ਟੁੱਟੀਆਂ ਪਈਆਂ, ਇਹ ਨਵੀਂ ਇਮਾਰਤ ਬਣ ਰਹੀ ਇੱਥੇ ਥੋੜ੍ਹੀ ਜਿਹੀ, ਅਤੇ ਇਹਦੇ ਅੰਦਰ ਜਾਇਓ, ਇੱਥੇ ਤੁਹਾਨੂੰ ਇੱਕ ਇਤਿਹਾਸਿਕ ਸਿੱਲ ਮਿਲੂਗੀ। ਇਹ ਇਤਿਹਾਸਿਕ ਸਿੱਲ ਉਸ ਵੇਲੇ ਦੀ ਹੈ ਜਦੋਂ ਸਿੰਘਾਂ ਨੇ ਦਿੱਲੀ 'ਤੇ ਫਤਿਹ ਪ੍ਰਾਪਤ ਕੀਤੀ ਸੀ, ਉਹਦੀ ਨਿਸ਼ਾਨੀ ਇੱਥੇ ਆਪਣੇ ਰੁਲਦੀ ਪਈ ਹੈ। ਅਤੇ ਇਹ ਇੱਕ ਉੱਥੇ ਤੁਹਾਨੂੰ ਸੁਰੰਗ ਦਿਖੂਗੀ। ਇਸ ਸੁਰੰਗ ਦੇ ਥੱਲੇ ਜਾਇਓ, ਜਿੰਨੀ ਹੀ ਇਮਾਰਤ ਜਾਂ ਜਿੰਨਾ ਹੀ ਦਰਬਾਰ ਸਾਹਿਬ ਦਾ ਏਰੀਆ ਉੱਪਰ ਹੈ, ਓਨਾ ਹੀ ਥੱਲੇ ਨੂੰ ਹੈ। ਉਸ ਪੁਰਾਤਨ ਸਮੇਂ 'ਚ ਬਹੁਤ ਹੀ ਸੁਰੰਗਾਂ ਨਿਕਲਦੀਆਂ ਸੀ, ਅਤੇ ਉਸ ਵੇਲੇ ਦੀ ਪੁਰਾਤਨ ਸਮੇਂ ਦੀ ਇੱਕ ਸੁਰੰਗ ਹੈ। ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗੀ, ਅਤੇ ਬਾਕੀ ਜਦੋਂ ਜਾਇਓ ਤੁਹਾਨੂੰ ਰਸਤਾ ਦੱਸਤਾ, ਇੱਥੇ ਜ਼ਰੂਰ ਜਾ ਕੇ ਆਇਓ। ਅਤੇ ਇਹ ਸੁਰੰਗ ਦੇਖੋ ਕਿੱਡੀ ਹੀ ਪੁਰਾਣੇ ਤਰੀਕੇ ਨਾਲ ਬਣੀ ਹੋਈ ਹੈ, ਪੁਰਾਣੀ ਇਮਾਰਤ ਆ ਪੂਰੀ, ਪਤਲੀਆਂ ਇੱਟਾਂ ਜਦੋਂ ਜਿਵੇਂ ਹੁੰਦੀਆਂ ਸੀ। ਅਤੇ ਇੱਕ ਇਹ ਦੇਖੋ ਇਹਦੇ ਅੰਦਰ ਇੱਕ ਕਾਲ ਕੋਠੜੀ ਟਾਈਪ ਉਸ ਟਾਈਮ ਪੁਰਾਤਨ ਸਮੇਂ ਜਿਹੜੀ ਹੁੰਦੀ ਸੀ, ਅਤੇ ਕਾਲ ਕੋਠੜੀ ਟਾਈਪ ਹੈ, ਇੱਥੇ ਜਿੰਦਾ ਲੱਗਾ ਹੋਇਆ, ਪਰ ਅੰਦਰ ਜਾ ਨਹੀਂ ਸਕਦੇ ਸੀਗੇ, ਪਰ ਜਿੰਨਾ ਕੁ ਅਸੀਂ ਤੁਹਾਨੂੰ ਕੈਪਚਰ ਕਰ ਸਕੇ ਓਨਾ ਕਰਾਂਗੇ। ਇੱਕ ਆਹ ਦੇਖੋ ਇੱਥੇ ਖੂਹ ਸੀ, ਉਹ ਵੀ ਖੂਹ ਬਹੁਤ ਡੂੰਘਾ ਸੀ। ਅਤੇ ਬਾਕੀ ਇਹ ਜਿੰਨੀ ਵੀ ਇਮਾਰਤ ਹੈ, ਇੱਥੇ ਤੁਸੀਂ ਜਦੋਂ ਆਓਗੇ ਬਹੁਤ ਹੀ ਠੰਡੀ ਅਤੇ ਸ਼ਾਂਤੀ ਵਾਲੀ ਹੈ। ਅਤੇ ਇਹ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ, ਜੱਸਾ ਸਿੰਘ ਰਾਮਗੜੀਆ ਜੀ ਦਾ ਸਿੰਘਾਸਣ ਸੀ, ਇੱਥੇ ਉਸ ਟਾਈਮ ਉਹ ਬਹਿੰਦੇ ਹੁੰਦੇ ਸੀਗੇ। ਅਤੇ ਸੁਣਨ 'ਚ ਆਇਆ ਇੱਥੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਜੀ ਵੀ ਬਹਿੰਦੇ ਸੀਗੇ। ਅਤੇ ਦੇਖੋ ਆ ਬਹੁਤ ਹੀ ਮਹਾਨ ਜਗ੍ਹਾ ਇਹ, ਅਤੇ ਇਹ ਉੱਥੇ 84 ਦੇ ਟਾਈਮ ਦੀ ਗੋਲੀਆਂ ਦੇ ਨਿਸ਼ਾਨ ਵੀ ਸੀਗੇ। ਅਤੇ ਬਾਕੀ ਇਹ ਸੁਰੰਗ ਦੇ ਤੁਹਾਨੂੰ ਦਰਸ਼ਨ ਕਰਾਏ ਜਦੋਂ ਵੀ ਤੁਸੀਂ ਹੁਣ ਦਰਬਾਰ ਸਾਹਿਬ ਆਏ, ਇਹ ਸੁਰੰਗ ਦੇ ਵਿੱਚ ਜਾ ਕੇ ਤੁਸੀਂ ਜ਼ਰੂਰ ਦੇਖਿਓ। ਹੁਣ ਇਸ ਤੋਂ ਬਾਅਦ ਦਰਬਾਰ ਸਾਹਿਬ ਦਾ ਥੋੜ੍ਹਾ ਜਿਹਾ ਇਤਿਹਾਸ ਦੱਸਾਂਗੇ। ਅੰਮ੍ਰਿਤਸਰ ਸ਼ਹਿਰ ਸੀ ਜਿਹੜਾ, ਉਹ ਚੌਥੇ ਗੁਰੂ ਰਾਮਦਾਸ ਜੀ ਨੇ ਵਸਾਇਆ ਸੀਗਾ, ਅਤੇ 1577 ਈਸਵੀ ਦੇ ਵਿੱਚ ਦਰਬਾਰ ਸਾਹਿਬ ਦੇ ਸਰੋਵਰ ਦੀ ਖੁਦਵਾਈ ਕੀਤੀ ਸੀ, ਅਤੇ 1588 ਦੇ ਵਿੱਚ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ ਮੀਰ ਜੀ ਤੋਂ ਇਸ ਦੀ ਸਾਰੀ ਨੀਂਹ ਰਖਾਈ ਸੀ, ਅਤੇ 1601 ਈਸਵੀ ਦੇ ਵਿੱਚ ਸਾਰੀ ਇਮਾਰਤ ਦਰਬਾਰ ਸਾਹਿਬ ਦੀ ਕੰਪਲੀਟ ਹੋ ਗਈ ਸੀ, ਅਤੇ 1604 ਈਸਵੀ ਦੇ ਵਿੱਚ ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਥੇ ਪ੍ਰਕਾਸ਼ ਕੀਤਾ ਗਿਆ ਸੀ। ਹਾਂਜੀ, ਇਸ ਤੋਂ ਬਾਅਦ ਪਰਿਕਰਮਾ ਤੋਂ ਜਦ ਆਪਾਂ ਅੱਗੇ ਜਾਂਦੇ, ਇੱਥੇ ਇੱਕ ਰਸਤੇ 'ਚ ਆਪਾਂ ਬਾਬਾ ਦੀਪ ਸਿੰਘ ਜੀ ਦਾ ਸਥਾਨ ਦੇਖਦੇ ਹਾਂ। ਅਤੇ ਜਿਹੜੇ ਬਾਬਾ ਦੀਪ ਸਿੰਘ ਜੀ ਸੀਗੇ, ਉਹ ਸ਼ਹੀਦਾਂ ਮਿਸਲ ਦੇ ਮੁਖੀ ਸਨ, ਅਤੇ ਸੰਨ 1757 ਦੇ ਵਿੱਚ ਜਦੋਂ ਯਹੀਆ ਖਾਨ ਦਰਬਾਰ ਸਾਹਿਬ ਦੀ ਬੇਅਦਬੀ ਦੀ ਗੱਲ ਕਰਦੇ ਸੀ, ਤਾਂ ਬਾਬਾ ਦੀਪ ਸਿੰਘ ਜੀ ਨੇ ਖੰਡੇ ਨਾਲ ਲੀਕ ਖਿੱਚ ਕੇ ਅਤੇ ਆਪਣੇ ਜਥੇ ਨਾਲ ਜੰਗ ਕਰਦੇ ਹੋਏ ਇੱਥੇ ਤੱਕ ਪਹੁੰਚੇ ਸੀ, ਅਤੇ ਇੱਥੇ ਆ ਕੇ ਸ਼ਹੀਦ ਹੋ ਗਏ ਸਨ। ਅਤੇ ਬਾਬਾ ਜੀ ਦਾ ਜਿਹੜਾ ਧੜ ਦਾ ਸੰਸਕਾਰ ਸੀ, ਉਹ ਸ਼ਹੀਦਾਂ ਸਾਹਿਬ ਗੁਰਦੁਆਰਾ ਜਿੱਥੇ ਆ ਉੱਥੇ ਕੀਤਾ ਗਿਆ ਸੀ। ਇਸ ਤੋਂ ਬਾਅਦ ਜਦੋਂ ਆਪਾਂ ਪਰਿਕਰਮਾ ਕਰਦੇ ਹੋਏ ਜਾਂਦੇ ਹਾਂ, ਤਾਂ ਚਾਰੇ ਕਾਰਦਾਨਾਂ ਦੇ ਵਿੱਚ ਇੱਥੇ ਜਲ ਦੀ ਸੇਵਾ ਚੱਲਦੀ ਹੈ, ਇਹ ਚੱਲਦੀ ਹੋਈ ਰਹਿੰਦੀ ਹੈ। ਅਤੇ ਨਾਲ ਹੀ ਇਹਦੇ ਜਿੱਥੋਂ ਆਪਾਂ ਦੇਗ ਕਰਵਾਉਂਦੇ ਹਾਂ, ਅਤੇ ਫਿਰ ਦੇਗ ਕਰਵਾ ਕੇ ਸਾਰੇ ਅੱਗੇ ਨੂੰ ਜਾਂਦੇ ਆ, ਅਤੇ ਇੱਥੇ ਲਾਚੀ ਬੇਰੀ, ਅਤੇ ਇਹਨੂੰ ਕਿਹਾ ਜਾਂਦਾ ਇਸ ਬੇਰੀ ਦੇ ਉੱਤੇ ਲਾਚੀਆਂ ਵਰਗੇ ਬੇਰ ਆਉਂਦੇ ਆ। ਅਤੇ ਜਿਹੜਾ ਇਹਦਾ ਇਤਿਹਾਸ ਹੈ ਲਾਚੀ ਬੇਰੀ ਦਾ, ਇੱਥੇ ਪੰਜਵੇਂ ਪਿਤਾ ਗੁਰੂ ਅਰਜਨ ਦੇਵ ਜੀ ਨੇ ਇੱਥੇ ਬੈਠ ਕੇ ਦਰਬਾਰ ਸਾਹਿਬ ਜੀ ਦੀ ਸੇਵਾ ਕਰਵਾਉਂਦੇ ਸਨ। ਅਤੇ ਬਾਕੀ ਇਸ ਲਾਚੀ ਬੇਰੀ ਨਾਲ ਇੱਕ ਹੋਰ ਇਤਿਹਾਸ ਜੁੜਿਆ ਹੋਇਆ ਹੈ, ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਅਤੇ ਉਹਨਾਂ ਨੇ ਇਸ ਬੇਰੀ ਥੱਲੇ ਆਪਣੇ ਘੋੜੇ ਬੰਨ੍ਹੇ ਸਨ। ਹਾਂਜੀ, ਹੁਣ ਤੁਹਾਨੂੰ ਦਰਸ਼ਨ ਕਰਾਵਾਂਗੇ ਸਿੱਖਾਂ ਦੇ 5 ਤਖ਼ਤਾਂ ਵਿੱਚੋਂ ਪਹਿਲੇ ਤਖ਼ਤ ਦੇ, ਜਿਹਦਾ ਨਾਮ ਹੈ ਅਕਾਲ ਤਖ਼ਤ ਸਾਹਿਬ। ਇਹ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਹੈ। ਇਹ ਗੁਰਦੁਆਰਾ ਅਕਾਲ ਤਖ਼ਤ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਸੰਬੰਧਿਤ ਹੈ, ਅਤੇ ਅਕਾਲ ਤਖ਼ਤ ਸਾਹਿਬ ਦੇ ਉੱਪਰ ਬਹੁਤ ਹੀ ਹਮਲੇ ਹੋਏ ਹਨ। ਜਿੰਨਾ ਵੀ ਹਮਲੇ ਹੋਏ, ਉਹਦੇ ਹਮਲਾਵਰ 152 ਦਿਨਾਂ ਦੇ ਵਿੱਚ ਸਾਰੇ ਮਾਰੇ ਗਏ ਸਨ। ਜਦੋਂ ਆਪਾਂ ਅਕਾਲ ਤਖ਼ਤ ਸਾਹਿਬ ਤੋਂ ਅੱਗੇ ਪਰਿਕਰਮਾ ਦੇ ਵਿੱਚ ਆਉਂਦੇ ਹਾਂ, ਆਹ ਇੱਕ ਤੁਹਾਨੂੰ ਉੱਥੇ ਚੱਕਰ ਦਿਖੂਗਾ। ਇਹ ਦੇਖਿਓ, ਇਹ ਇੱਕ ਇਸੇ ਥਾਂ 'ਤੇ ਬਣਿਆ ਹੋਇਆ, ਬਾਕੀ ਹੋਰ ਕਿਸੇ ਕਾਰਨਰ 'ਤੇ ਨਹੀਂ ਬਣਿਆ ਹੋਇਆ। ਇਹਦੀ ਵੀ ਇੱਕ ਨਿਸ਼ਾਨੀ ਹੈ, ਇਹ ਨਿਸ਼ਾਨੀ ਉਹਨਾਂ ਦੀ ਹੈ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਅਤੇ ਉਹਨਾਂ ਨੇ ਵੱਢ ਕੇ ਜਦੋਂ ਵਾਪਸ ਆਏ ਸੀ, ਅਤੇ ਪਰਿਕਰਮਾ ਦੇ ਵਿੱਚ ਇੱਥੇ ਉਹਨਾਂ ਨੇ ਆਪਣੇ ਘੋੜੇ ਘੁਮਾਏ ਸੀ, ਅਤੇ ਇਹ ਉਹਨਾਂ ਦੀ ਯਾਦ ਦੇ ਵਿੱਚ ਚੱਕਰ ਬਣਿਆ ਹੋਇਆ। ਇਸ ਤੋਂ ਗਾਹਾਂ ਜਦ ਆਪਾਂ ਪਰਿਕਰਮਾ 'ਚ ਜਾਂਦੇ ਹਾਂ, ਤਾਂ ਇੱਕ ਬੇਰੀ ਆਉਂਦੀ ਹੈ, ਇਹ ਬਾਬਾ ਬੁੱਢਾ ਜੀ ਦੀ ਬੇਰੀ ਹੈ, ਅਤੇ ਇਸ ਥੱਲੇ ਬਾਬਾ ਬੁੱਢਾ ਜੀ ਬਹਿ ਕੇ ਸੇਵਾ ਕਰਵਾਇਆ ਕਰਦੇ ਸਨ। ਅਤੇ ਬਾਬਾ ਬੁੱਢਾ ਜੀ ਸਭ ਤੋਂ ਪਹਿਲੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਰਹਿ ਚੁੱਕੇ ਹਨ 1604 ਈਸਵੀ ਦੇ ਵਿੱਚ,
ਤੇ ਇਹ ਉਹਨਾਂ ਦੀ ਯਾਦ ਦੇ ਵਿੱਚ ਬੇਰੀ ਬਣੀ ਹੋਈ ਹੈ, ਜਿਹਦੇ ਥੱਲੇ ਬਹਿ ਕੇ ਬਾਬਾ ਜੀ ਦਰਬਾਰ ਸਾਹਿਬ ਦੀ ਸੇਵਾ ਕਰਦੇ ਸਨ। ਹਾਂਜੀ, ਅੱਜ ਦੀ ਆਪਣੀ ਵੀਡੀਓ ਆਪਾਂ ਇੱਥੇ ਹੀ ਖ਼ਤਮ ਕਰਦੇ ਹਾਂ। ਅਤੇ ਇਹ ਵੀਡੀਓ ਸੀ ਜਿਹੜੀ, ਇਹਦਾ ਖ਼ਾਸ ਮਕਸਦ ਇਹ ਸੀਗਾ ਕਿ ਜਿਹੜੀਆਂ ਦਰਬਾਰ ਸਾਹਿਬ ਦੇ ਵਿੱਚ ਅਨਐਕਸਪਲੋਰ ਜਗ੍ਹਾ ਹੈ, ਜਿਹੜੀਆਂ ਲੋਕਾਂ ਨੂੰ ਪਤਾ ਹੀ ਨਹੀਂ ਕਈ ਜਾਣਿਆਂ ਨੂੰ, ਅਤੇ ਇਹ ਖਾਸ ਕਰ ਉਹਨਾਂ ਵਾਸਤੇ ਵੀਡੀਓ ਬਣਾਈ ਹੈ। ਅਤੇ ਇਤਿਹਾਸ ਦੀ ਜਿੰਨੀ ਕੁ ਸਾਨੂੰ ਨੌਲੇਜ ਸੀ ਅਸੀਂ ਇਹਦੇ ਵਿੱਚ ਸ਼ੇਅਰ ਕਰ ਦਿੱਤੀ ਹੈ। ਬਾਕੀ ਕਈ ਮੇਰੇ ਵੱਡੇ ਵੀਰ ਜਾਂ ਛੋਟੇ ਵੀਰ ਭੈਣ ਭਰਾਵਾਂ ਨੇ, ਬਹੁਤ ਜਣਿਆਂ ਨੇ ਵੀਡੀਓ ਬਣਾਈ ਹੈ, ਤੁਸੀਂ ਉਹਨਾਂ ਨੂੰ ਵੀ ਦੇਖ ਸਕਦੇ ਆ। ਬਾਕੀ ਸਾਨੂੰ ਜਿੰਨੀ ਕੁ ਨੌਲੇਜ ਸੀ ਅਸੀਂ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਦੱਸੀ ਹੈ। ਅਤੇ ਬਾਕੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਅਤੇ ਬਾਕੀ ਜਾਂਦੇ ਜਾਂਦੇ ਆਪਾਂ ਸਾਡੀ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਗਲਤੀ ਹੋਈ ਭੁੱਲ ਚੁੱਕ ਮਾਫ਼ ਕਰਿਓ ਜੀ।